ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਜੀ। ਅੱਜ ਆਪਾਂ ਬਹੁਤ ਸੌਖਾ ਤੇ ਛੋਟਾ ਜਿਹਾ ਸ਼ਬਦ ਲੈ ਰਹੇ ਹਾਂ। ਇਹ ਸ਼ਬਦ ਅੰਗ 1002 ਤੇ ਹੈ। ਬਾਣੀ ਮਹਾਰਾਜ ਦੀ ਬਹੁਤ ਵਧੀਆ ਹੈ, ਲੇਕਿਨ ਕਈ ਭਾਸ਼ਾ 'ਚ ਹੋਣ ਕਰਕੇ ਸਾਡੀ ਸਮਝ 'ਚ ਨਹੀਂ ਆਉਂਦੀ। ਇਸ ਕਰਕੇ ਅਸੀਂ ਉਹੀ ਬਾਣੀ ਨੂੰ ਪੜ੍ਹਨਾ ਚਾਹੀਦਾ, ਉਹੀ ਬਾਣੀ ਨੂੰ ਸੁਣਨਾ ਚਾਹੀਦਾ ਜਿਹੜੀ ਸਾਡੀ ਸਮਝ 'ਚ ਆ ਜਾਵੇ। ਇਸ ਬਾਣੀ ਦੇ ਅੰਦਰ ਮਹਾਰਾਜ ਨੇ ਸਾਨੂੰ ਬਹੁਤ ਹੀ ਸਿੱਧੇ ਸਾਦੇ ਲਫ਼ਜ਼ਾਂ 'ਚ ਬੜੇ ਪ੍ਰੇਮ ਪਿਆਰ ਨਾਲ ਸਮਝਾਇਆ ਹੈ, ਔਰ ਜੋ ਆਪਾਂ ਸਮਝ ਸਕਦੇ ਹਾਂ, ਪੜ੍ਹ ਵੀ ਸਕਦੇ ਹਾਂ, ਸਮਝ ਵੀ ਸਕਦੇ ਹਾਂ। ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੂਰ ਤੋਂ ਹੀ ਮੱਥਾ ਨਾ ਟੇਕੋ, ਇਹਦੇ ਨਾਲ ਪ੍ਰੇਮ ਪਿਆਰ ਕਰੋ ਅਤੇ ਇਹਨੂੰ ਮਨ 'ਚ ਵਸਾਓ। ਇਹ ਬਾਣੀ ਨੂੰ ਮਨ 'ਚ ਵਸਾਓ, ਇਸ ਬਾਣੀ ਤੋਂ ਫਾਇਦਾ ਲਓ। ਫਾਇਦਾ ਤਾਂ ਲਵਾਂਗੇ ਜੇ ਆਪਾਂ ਪੜ੍ਹਾਂਗੇ। ਇਸ ਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਆਪਾਂ ਆਮ ਪੜ੍ਹੇ ਲਿਖੇ ਲੋਕ ਹੈ ਅਤੇ ਪੁਰਾਣੇ ਜ਼ਮਾਨਿਆਂ 'ਚ ਲੋਕ ਕੋਈ ਗੱਲਬਾਤ ਨਹੀਂ ਸੀ ਕਰ ਸਕਦਾ, ਕਿਸੇ ਗੱਲ ਦਾ ਜਵਾਬ ਨਹੀਂ ਸੀ ਦੇ ਸਕਦਾ ਵੀ ਬਾਣੀ 'ਚ ਕੀ ਲਿਖਿਆ ਕੀ ਨਹੀਂ ਹੈ। ਅਤੇ ਜਿਹੜੇ ਗ੍ਰੰਥੀ ਭਾਈ ਵੀ ਗੁਣੀ ਗਿਆਨੀ ਵੀ ਹੁੰਦੇ ਸੀ, ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ, ਉਹ ਸਿਰਫ ਇਹੀ ਕਹਿ ਦਿੰਦੇ ਸੀ, ਭਾਈ ਤੂੰ ਮੱਥਾ ਟੇਕ ਲੈ, ਬਸ ਗੱਲ ਤੇਰੀ ਗੱਲ ਖਤਮ। ਹੁਣ ਮਹਾਰਾਜ ਨੇ ਐਡਾ ਵੱਡਾ ਗ੍ਰੰਥ ਲਿਖਿਆ, ਇੰਨੀ ਮਿਹਨਤ ਕੀਤੀ ਹੈ, ਅਤੇ ਇਹ ਸਿਰਫ ਮੱਥਾ ਟੇਕਣ ਵਾਸਤੇ ਨਹੀਂ, ਇਹ ਮਤਲਬ ਕਿ ਆਪਣੇ ਜਨਮ ਸਵਾਰਨ ਵਾਸਤੇ ਬਾਣੀ ਨੂੰ ਪੜ੍ਹਾਂਗੇ, ਉਹਦੇ 'ਤੇ ਵਿਚਾਰ ਕਰਾਂਗੇ ਅਤੇ ਆਪਣਾ ਜਨਮ ਸਵਾਰਾਂਗੇ। ਹੁਣ ਦੇਖੋ ਮਹਾਰਾਜ ਨੇ ਕਿੰਨਾ ਜ਼ਬਰਦਸਤ ਔਰ ਕਿੰਨੀ ਸਿੱਧੀ ਸਾਦੀ ਸੌਖੀ ਭਾਸ਼ਾ ਦੇ ਵਿੱਚ ਲਿਖਿਆ ਹੈ, ਅਤੇ ਜੇ ਇਹਨੂੰ ਪੜ੍ਹਾਂਗੇ ਤਾਂ ਸਾਡਾ ਕਲਿਆਣ ਹੋਊਗਾ, ਔਰ ਸਾਨੂੰ ਆਪਣਾ ਕਲਿਆਣ ਕਰਨਾ ਚਾਹੀਦਾ ਹੈ। ਅੰਗ 1002 ਮਾਰੂ ਮਹੱਲਾ ਪੰਜਵਾਂ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਹਿ ਦਿਖਾਇਆ ਥਾ। ਜਿਹੜੇ ਉਸ ਰੱਬ ਨੂੰ, ਪ੍ਰਭੂ ਪਰਮਾਤਮਾ ਨੂੰ ਜੰਗਲਾਂ ਪਹਾੜਾਂ 'ਚ, ਤੀਰਥਾਂ ਸਥਾਨਾਂ 'ਤੇ ਇੱਧਰ ਉੱਧਰ ਅਸੀਂ ਲੱਭਦੇ ਫਿਰਦੇ ਸੀ, ਔਰ ਲੱਭਣ ਤੋਂ ਬਾਅਦ ਫਿਰ ਕਹਿ ਦਿੰਦੇ ਸੀ ਵੀ ਰੱਬ ਹੈ ਨਹੀਂ, ਕਿਉਂ ਜਦ ਲੱਭਦਾ ਹੀ ਨਹੀਂ। ਬਾਹਰ ਇਸ ਸੰਸਾਰ ਦੇ ਅੰਦਰ ਰੱਬ ਹੈ ਹੀ ਨਹੀਂ। ਰੱਬ ਦੀ ਇਹ ਸ੍ਰਿਸ਼ਟੀ ਹੈ, ਰੱਬ ਨੇ ਬਣਾ ਕੇ ਕੰਮ ਲਾਈ ਹੋਈ ਹੈ। ਰੱਬ ਤਾਂ ਆਪ ਸੱਚਖੰਡ ਦੇ ਅੰਦਰ ਬੈਠਿਆ। ਹੁਣ ਜਿੱਥੇ ਬੈਠਿਆ ਉੱਥੇ ਅਸੀਂ ਲੱਭਦੇ ਨਹੀਂ, ਜਿੱਥੇ ਲੱਭਦੇ ਹਾਂ ਉੱਥੇ ਉਹ ਹੈ ਨਹੀਂ। ਬਾਹਰ ਟੁੰਡਣ ਤੇ ਛੂਟ ਪਰੇ ਗੁਰ ਘਰ ਹੀ ਮਹਿ ਦਿਖਾਇਆ ਤਾ। ਉਹ ਜਿਹੜਾ ਰੱਬ ਹੈ, ਰੱਬ ਨੂੰ ਮਿਲਣੇ ਦਾ ਜਿਹੜਾ ਰਸਤਾ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ। ਔਰ ਬਾਣੀ ਦੇ ਅੰਦਰ ਇਹੀ ਚੀਜ਼ ਸਮਝਾਈ ਗਈ ਹੈ ਵੀ ਤੁਸੀਂ ਆਪਣੇ ਅੰਦਰ, ਆਪਣੇ ਮਨ ਦੇ ਅੰਦਰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ, ਤੂੰ ਆਪਣੇ ਆਪ ਨੂੰ ਪਹਿਚਾਣ, ਆਪਣੇ ਮਨ ਨੂੰ ਪਹਿਚਾਣ, ਆਪਣੇ ਦਿਲ ਦਿਮਾਗ ਨੂੰ ਪਹਿਚਾਣ। ਤੇਰੇ ਅੰਦਰ ਖੰਡ ਬ੍ਰਹਿਮੰਡ ਸਭ ਕੁਝ ਤੇਰੇ ਅੰਦਰ ਹੈ। ਅੰਦਰ ਆਪਾਂ ਜਾਣਾ ਨਹੀਂ, ਬਾਹਰ ਹੀ ਬਾਹਰ ਆਪਾਂ ਸਾਰੇ ਕੰਮ ਕਰਨੇ, ਤੀਰਥ ਜਗ ਪੂਜਾ ਪਾਠ, ਬੜੇ ਬੜੇ ਪਹਾੜਾਂ 'ਤੇ ਜਾਣਾ, ਮੱਥੇ ਟੇਕਣੇ, ਜੰਗਲਾਂ 'ਚ ਜਾਣਾ, ਪੂਜਾ ਪਾਠ ਕਰਨੀਆਂ, ਉਹ ਸਭ ਦੁਬਾਰਾ ਜਨਮ ਵਾਸਤੇ ਚੰਗੀਆਂ ਹਨ। ਸਾਨੂੰ ਉਹਨਾਂ ਦੇ ਦੁਬਾਰਾ ਜਦ ਜਨਮ ਮਿਲੂਗਾ ਤਾਂ ਉਹਦੇ ਨਾਲ ਉਹਨਾਂ ਦਾ ਸਾਨੂੰ ਕੁਛ ਨਾ ਕੁਛ ਬੈਨੀਫਿਟ, ਫਾਇਦਾ ਮਿਲੂਗਾ। ਲੇਕਿਨ ਜੇ ਅਸੀਂ ਪ੍ਰਭੂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਉਹਨੂੰ ਮਿਲਣ ਵਾਸਤੇ ਰਸਤਾ ਲਹਿਦਾ ਹੈ। ਉਹ ਮਹਾਰਾਜ ਇਸ ਬਾਣੀ ਦੇ ਅੰਦਰ, ਸ਼ਬਦ ਦੇ ਅੰਦਰ ਦੱਸ ਰਹੇ ਹਨ। ਜੇ ਰੱਬ ਨੂੰ ਮਿਲਣਾ ਹੈ ਤਾਂ ਇਹ ਰਸਤਾ ਅਪਣਾਉਣਾ ਪਊਗਾ। ਜੇ ਧਰਮ ਕਰਮ ਕਰਨੇ ਹੈ, ਦੁਬਾਰਾ ਜਨਮ ਲੈਣਾ, ਜੰਮਣਾ ਮਰਨਾ ਹੈ, ਜੰਮਣ ਮਰਨ ਦੀ ਤਕਲੀਫ ਤੋਂ ਜੇ ਬਚਣਾ ਹੈ ਤਾਂ ਇੱਧਰ ਆਓ, ਜੇ ਨਹੀਂ ਬਚਣਾ ਤਾਂ ਭਾਈ ਪੂਜਾ ਪਾਠ ਕਰੀ ਜਾਓ, ਮੱਥੇ ਟੇਕੀ ਜਾਓ, ਗ੍ਰੰਥਾਂ ਵੇਦਾਂ ਸ਼ਾਸਤਰਾਂ ਨੂੰ ਸਮਝੀ ਜਾਓ, ਅਮਲ ਨਾ ਕਰੋ, ਅਤੇ ਮੰਦਰਾਂ 'ਚ, ਗੁਰਦੁਆਰਿਆਂ 'ਚ, ਮਸੀਤਾਂ 'ਚ, ਜਿੱਥੇ ਮਰਜ਼ੀ ਜਾਈ ਜਾਓ, ਜੋ ਮਰਜ਼ੀ ਕਰੀ ਜਾਓ, ਜੰਗਲਾਂ ਪਹਾੜਾਂ 'ਚ ਫਿਰੀ ਜਾਓ, ਕੁਛ ਨਹੀਂ ਬਣਨਾ ਜਦ ਤੱਕ ਤੁਸੀਂ ਆਪਣੇ ਸਰੀਰ ਦੇ ਅੰਦਰ ਆਪਣੇ ਆਪ ਨੂੰ ਨਹੀਂ ਸਮਝਦੇ। ਸੋ ਇਸ ਬਾਣੀ ਨੂੰ ਬੜੇ ਧਿਆਨ ਨਾਲ ਸੁਣੋ। ਬਾਹਰ ਟੁੰਡਣ ਤੇ ਛੂਟ ਪਰੇ ਗੁਰ ਘਰ ਹੀ ਮਹਿ ਦਿਖਾਇਆ ਤਾ। ਗੁਰੂ ਨੇ ਸਾਨੂੰ ਘਰ ਦੇ ਅੰਦਰ ਹੀ ਦਿਖਾਤਾ। ਅਸੀਂ ਬਾਹਰ ਜੰਗਲਾਂ ਪਹਾੜਾਂ 'ਚ ਇੱਧਰ ਉੱਧਰ ਲੱਭਣ ਤੋਂ ਛੁੱਟ ਗਏ, ਮਹਾਰਾਜ ਦੀ ਕਿਰਪਾ ਹੋ ਗਈ। ਹੁਣ ਮਤਲਬ ਕਿ ਦਿਖਾਇਆ ਥਾ,
दिखाया था ਦਾ मतलब दिखाया, ਇਹ ਨਹੀਂ ਵੀ ਨਹੀਂ ਦਿਖਾਇਆ ਜਾਂ ਦਿਖਾਊਗਾ ਜਾਂ ਗੁਰੂ ਨੇ ਕਹਤਾ ਵੀ ਕੋਈ ਨਹੀਂ ਤੁਹਾਡੇ ਤੇ ਕਿਰਪਾ ਕਰੂੰਗਾ, ਨਹੀਂ, ਕਿਰਪਾ ਕਰਤੀ, ਦਿਖਾਤੀ ਚੀਜ਼, ਦਿਖਾਇਆ ਥਾ। ਅਨਭਉ ਅਚਰਜ रूप प्रभु पेख्या, मेरा मन छोड़ न कतहूँ जाया था। अनभव, अनभव होया, अनभव दे नाल अचरज होया भी है रब, यह जिहा रब है। अचरज रूप प्रभु पेख्या, रब दा रूप देखिया, पेख्या। अनभव अचरज रूप प्रभु पेख्या, मेरा मन छोड़ना कतहूँ जाया था। ਹੁਣ ਮੇਰਾ ਮਨ ਮੇਰੇ ਅੰਦਰੋਂ ਨਿਕਲਦਾ ਹੀ ਨਹੀਂ ਹੈ। ਮੇਰਾ ਮਨ ਜਾਨੀ ਮੈਂ ਆਪਣੇ ਰੱਬ ਦੇ ਕੋਲੋਂ ਦੂਰ ਨਹੀਂ ਹੁੰਦਾ ਹੈਗਾ, ਕਿਤੋਂ ਨਾ ਜਾਇਆ ਥਾ, ਕਿਤੇ ਕਿਤੇ ਨਹੀਂ ਜਾਂਦਾ ਹੈਗਾ, ਕਿਸੇ ਪਹਾੜ ਤੇ, ਕਿਸੇ ਤੀਰਥ ਤੇ ਕਿਤੇ ਨਹੀਂ ਮੈਂ ਜਾਂਦਾ ਹੈਗਾ। ਮੈਂ ਆਪਣੇ ਅੰਦਰ ਜਦ ਵੀ ਮੈਨੂੰ ਟਾਈਮ ਮਿਲਦਾ, ਜਦ ਵੀ ਮੈਂ ਕੋਸ਼ਿਸ਼ ਕਰਦਾ ਆਪਣੇ ਅੰਦਰ ਜਾਣ ਦੀ। ਇਹ ਮਹਾਰਾਜ ਜੀ ਕਹਿ ਰਹੇ ਹਨ, ਮਹਾਰਾਜ ਦੀ ਸਥਿਤੀ ਹੈ। ਇਹ ਸਥਿਤੀ ਆਪਾਂ ਨੇ ਬਣਾਉਣੀ ਹੈ, ਆਪਣਾ ਹਿਸਾਬ ਕਿਤਾਬ ਇੱਥੇ ਤੱਕ ਲਿਜਾਣਾ ਹੈ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤਾਂ। ਮੇਰਾ ਮਨ ਛੋੜਨਾ ਕਤਹੂੰ ਜਾਇਆ ਥਾ। ਹੁਣ ਮੇਰਾ ਮਨ ਕਿਤੇ ਨਹੀਂ ਜਾਂਦਾ ਹੈਗਾ, ਆਪਣੇ ਸਰੀਰ ਨੂੰ ਛੱਡ ਕੇ, ਆਪਣੇ ਸਰੀਰ ਦੇ ਅੰਦਰ ਆਪਣੇ ਗੁਰੂ ਨੂੰ, ਆਪਣੇ ਰੱਬ ਨੂੰ, ਪ੍ਰਭੂ ਪਰਮਾਤਮਾ ਨੂੰ ਛੱਡ ਕੇ, ਕਿਉਂਕਿ ਰੱਬ ਸਾਡੇ ਸਰੀਰ ਦੇ ਅੰਦਰ ਹੀ ਹੈ। ਸਾਡੇ ਸਰੀਰ ਦੇ ਅੰਦਰ ਹੀ, ਦਸਵੇਂ ਦੁਆਰ ਦੇ ਅੰਦਰ ਹੀ ਰੱਬ ਨੂੰ ਮਿਲਣੇ ਦਾ ਰਸਤਾ ਹੈ। ਜਪਜੀ ਸਾਹਿਬ 'ਚ ਵੀ ਮਹਾਰਾਜ ਨੇ ਕਿਹਾ, ਸੋ ਦਰ ਕਿਹਾ, ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਦਰ ਕਿਹਾ ਜਾ, ਘਰ ਕਿਹਾ ਜਾ, ਜਿੱਥੇ ਬੈਠ ਕੇ ਸਾਰੀ ਦੁਨੀਆ ਨੂੰ ਸੰਭਾਲਦਾ ਹੈ। ਰਹਿਰਾਸ ਸਾਹਿਬ ਜੀ ਦੇ ਅੰਦਰ ਸਟਾਰਟਿੰਗ ਦੇ ਅੰਦਰ ਵੀ ਮਹਾਰਾਜ ਨੇ ਆਹੀ ਗੱਲ ਕਹੀ ਹੈ, ਸੋ ਦਰ ਕਿਹਾ, ਸੋ ਕਰ ਕਿਹਾ। ਜਿਹੜੇ ਹੁਣ ਮਹਾਰਾਜ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਂਦੇ ਆ, 3 4 10 ਦਫਾ ਇੱਕ ਬੰਦੇ ਨੂੰ ਸਮਝਾਵੇ, ਫਿਰ ਬੰਦਾ ਨਾ ਸਮਝੇ ਤੇ ਫਿਰ ਕਹੇ ਜੀ ਨਹੀਂ ਜੈਸਾ ਹੈ ਜੀ ਵੈਸਾ ਹੈ ਜੀ, ਕਿੰਤੂ ਪਰੰਤੂ ਕਰੇ। ਫਿਰ ਠੀਕ ਹੈ ਭਾਈ, ਤੁਹਾਡੀ ਆਪਣੀ ਮਰਜ਼ੀ ਤੇ ਗ੍ਰੰਥ ਸਾਹਿਬ ਦੀ ਆਪਣੀ ਮਰਜ਼ੀ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮਾਨਕ, ਉਹ ਰੱਬ ਹੀਰੇ ਮੋਤੀਆਂ ਦੀ ਤਰ੍ਹਾਂ ਮਿਸਾਲ ਦੇ ਕੇ ਵੀ ਮੈਂ ਤਾਂ ਰੱਬ ਪਾ ਲਿਆ, ਮੇਰਾ ਮਨ ਰੱਬ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਉਹ ਹਰੀ ਪ੍ਰਭੂ ਪਰਮਾਤਮਾ ਹਰ ਪੂਰਾ ਪਾਇਆ ਥਾ। ਮੈਂ ਪੂਰੇ ਰੱਬ ਨੂੰ, ਕੋਈ ਮਤਲਬ ਕਿ ਉਹਦੇ 'ਚ ਲੌਲ ਪੇਟ ਨਹੀਂ ਹੈ, ਕੋਈ ਕਮੀ ਪੇਸ਼ੀ ਨਹੀਂ ਹੈ। ਜਿਸ ਤਰ੍ਹਾਂ ਹੀਰੇ ਮੋਤੀ ਮਾਨਕਾਂ ਨੂੰ ਆਪਾਂ ਦੇਖਦੇ ਹਾਂ, ਕਿਸੇ ਨਾ ਕਿਸੇ 'ਚ ਕੋਈ ਕਮੀ ਹੁੰਦੀ ਹੈ, ਕੋਈ ਥੋੜ੍ਹੀ ਕੀਮਤ ਦਾ ਹੁੰਦਾ ਹੈ। ਕੋਈ ਹੋਰ ਦੁਕਾਨ 'ਤੇ ਜਾਂਦੇ ਹਾਂ, ਕਿਤੇ ਹੋਰ ਰਾਜੇ ਮਹਾਰਾਜੇ ਕੋਲ ਜਾਂਦੇ ਹਾਂ, ਉਹ ਜ਼ਿਆਦਾ ਕੀਮਤ ਦਾ ਵੀ ਮਿਲ ਸਕਦਾ। ਇਸ ਤਰ੍ਹਾਂ ਵੀ ਕੋਈ ਕੀਮਤ ਘੱਟ ਵੱਧ ਨਹੀਂ, ਮੈਂ ਪੂਰੀ ਕੀਮਤ ਦਾ ਪੂਰਾ ਰੱਬ, ਅਸਲੀ ਰੱਬ ਜਿਹਨੂੰ ਆਪਾਂ ਕਹਿ ਸਕਦੇ ਹਾਂ। ਮਹਾਰਾਜ ਕਹਿੰਦੇ ਵੀ ਮੈਂ ਤਾਂ ਪਾਇਆ ਥਾ, ਉਹ ਪਾ ਲਿਆ। ਮਾਨਕ ਪਾਇਓ ਰੇ ਪਾਇਓ, ਹਰ ਪੂਰਾ, ਹਰੀ ਰੱਬ ਪ੍ਰਭੂ ਪਰਮਾਤਮਾ ਪੂਰਾ ਪਾਇਆ ਥਾ। ਮੋਲ ਨਾ ਪਾਇਆ ਜਾਈ, ਜੇ ਉਹਦੇ ਮੁੱਲ ਕਹੀਏ ਵੀ ਮੁੱਲ ਮਿਲ ਜੂਗਾ ਸਾਨੂੰ ਜਾਂ ਕਿਸੇ ਤਰੀਕੇ ਨਾਲ ਮਿਲ ਜੂਗਾ, ਨਹੀਂ, ਉਹ ਉਸ ਤਰ੍ਹਾਂ ਨਹੀਂ ਮਿਲਦਾ। ਕਰ ਕਿਰਪਾ ਗੁਰੂ ਦਿਵਾਇਆ ਥਾ, ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਉਹ ਰੱਬ ਦਵਾਤਾ। ਜਿਸ ਤਰ੍ਹਾਂ ਆਪਾਂ ਬਾਜ਼ਾਰ 'ਚ ਜਾਂਦੇ ਹਾਂ, ਬੱਚਾ ਕਹਿ ਦੇਵੇ ਵੀ ਮੈਂ ਉਹ ਖਿਡੌਣਾ ਲੈਣਾ ਜਾਂ ਉਹ ਚੀਜ਼ ਕੋਈ ਲੈਣੀ ਹੈ, ਤਾਂ ਬੱਚੇ ਦੀ ਤਾਂ ਸਮਰੱਥਾ ਨਹੀਂ ਹੁੰਦੀ ਹੈਗੀ, ਲੇਕਿਨ ਬਾਪ ਦੀ ਸਮਰੱਥਾ ਜੇ ਹੋਵੇ ਤਾਂ ਉਹ ਉਹਨੂੰ ਉਹ ਚੀਜ਼ ਦਵਾ ਸਕਦਾ। ਇਸੇ ਤਰ੍ਹਾਂ ਹੀ ਗੁਰੂ ਦੇ ਅੰਦਰ ਇੰਨੀ ਤਾਕਤ ਹੈ, ਇੰਨੀ ਸਮਰੱਥਾ ਹੈ ਕਿ ਉਹ ਰੱਬ ਨੂੰ ਵੀ ਕਹਿ ਸਕਦਾ ਵੀ ਤੂੰ ਭਾਈ ਇਹਨੂੰ ਮਿਲ। ਰੱਬ ਨੇ ਨਾ ਨਹੀਂ ਕੀਤੀ, ਨਾ ਨਹੀਂ ਕਰ ਸਕਦਾ ਗੁਰੂ ਦੇ ਅੱਗੇ। ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ, ਗੁਰੂ ਨੇ ਮੈਨੂੰ ਰੱਬ ਦਵਾਇਆ। ਮੈਂ ਆਪਣੀ ਤਾਕਤ ਨਾਲ ਜਾਂ ਉਹਨੂੰ ਮੁੱਲ ਨਾਲ ਜਾਂ ਅਮੋਲ ਨਾਲ ਜਾਂ ਕਿਸੇ ਤਰੀਕੇ ਨਾਲ ਰੱਬ ਨੂੰ ਨਹੀਂ ਪਾ ਸਕਦਾ, ਲੇਕਿਨ ਗੁਰੂ ਦੀ ਕਿਰਪਾ ਨਾਲ ਕਰ ਕਿਰਪਾ ਗੁਰੂ ਦਿਵਾਇਆ ਥਾ। ਰਹਾਓ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ, ਮਿਲ ਸਾਧੂ ਅਕਥ ਕਥਾਇਆ ਥਾ। ਉਹ ਜਿਹੜਾ ਪ੍ਰਭੂ ਪਰਮਾਤਮਾ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਅਦ੍ਰਿਸ਼ਟ ਹੈ, ਉਹ ਦੁਨੀਆ ਦੇ ਅੰਦਰ ਜਾਂ ਇਹਨਾਂ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਉਹ ਅਗੋਚਰ ਹੈ, ਉਹ ਬਹੁਤ ਅਗੰਮ ਹੈ, ਪਾਰ ਬ੍ਰਹਮ ਹੈ। ਇਹ ਜਿਹੜਾ ਬ੍ਰਹਮ ਹੈ, ਇਹ ਜਿਹੜਾ ਸਾਡਾ ਬ੍ਰਹਮ ਹੈ, ਇਹ ਸ੍ਰਿਸ਼ਟੀ ਹੈ, ਬ੍ਰਹਮ ਹੈ, ਖੰਡ ਬ੍ਰਹਿਮੰਡ ਹਨ, ਗਲੈਕਸੀਆਂ ਹਨ, ਹਜ਼ਾਰਾਂ ਲੱਖਾਂ ਕਰੋੜਾਂ ਗਲੈਕਸੀਆਂ ਹਨ। ਇੱਕ ਇੱਕ ਧਰਤੀ ਦੇ ਉੱਤੇ ਕਿੰਨੇ ਕਿੰਨੇ ਦੇਸ਼ ਹਨ, ਕਿੰਨੀਆਂ ਕਿੰਨੀਆਂ ਧਰਤੀਆਂ ਹਨ, ਸੂਰਜ ਚੰਦ ਤਾਰੇ ਹਨ, ਕਰੋੜਾਂ ਹੀ ਸੂਰਜ ਚੰਦ ਤਾਰੇ, ਗਲੈਕਸੀਆਂ, ਇਹ ਬ੍ਰਹਮ ਹਨ। ਇਹ ਬ੍ਰਹਮ ਤੋਂ ਅੱਗੇ ਪਾਰ ਬ੍ਰਹਮ। ਮਿਲ ਸਾਧੂ
ਅਕਥ ਕਥਾਇਆ ਥਾ। ਇਹ ਜਿਹੜੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਇਹ ਤਾਂ ਗੱਲਾਂ ਬਾਤਾਂ ਹੀ ਹੈ, ਅਕਥ ਹੈ। ਲੇਕਿਨ ਇਹਨੂੰ ਹਕੀਕਤ 'ਚ ਮਹਾਰਾਜ ਨੇ ਬਦਲਤਾ, ਅਕਥ ਕਰਤਾ, ਕਥਾਇਆ ਥਾ। ਜਾਨੀ ਜਦ ਰੱਬ ਦਿਖਾਈ ਦਿੱਤਾ, ਫਿਰ ਕਥਾ ਕਹਾਣੀਆਂ ਕੀ, ਗੱਲ ਖਤਮ ਹੋ ਗਈ। ਅਨਹਦ ਸ਼ਬਦ ਦਸਮ ਦੁਆਰ वाज्यो तो अमृत नाम चुआया था। ये अमृत पीना है, असली अमृत पीना है, सच्चा सुच्चा अमृत पीना है, तो अनहद शब्द दसम द्वार वाज्यो तय अमृत नाम चुआया था। हम बाकी भाई ठीक है, अपनी मर्जी है, लोग अपनी मर्जियां करते हैं। गुरु तो कुछ भी कर सकता है, गुरु का मुकाबला जो असी करन लग जाइए ये थोड़ा हो सकता है। अनहद शब्द जिस तरह आप पहला भी की 26वीं 27वीं पौड़ी च जपजी साहब च रह रास के अंदर सोदर कहा सो कर कहा जित वै सर्व संभाले वाजे तेरे नाद अनाद अनेक अनहद नाद उत्थे भी वज रहे हैं, इत्थे भी महाराज ने दस दिता। लेकिन वो अनहद नाद वज कित्थे रहे हैं, इत्थे महाराज ने स्पष्ट कर दिता। सोदर कहा सो कर कहा जित वै सर्व संभाले वाजे तेरे नाद अनेक। इत्थे अनहद नाद शब्द दसम द्वार वाज्यो तै अमृत नाम चो। नाल तो उत्ते दसवें द्वार च कीर्तन हो रहा है, शब्द च बज रहे हैं, अनहद नाद सुनाई दे रहा है, नाले उत्ते अमृत चो रहा है, अमृत की नदी बह रही है, अमृत का भंडार भरिया होया, अमृत उत्ते इकट्ठा हो रहा। उत्ते जाके अमृत पीओ, जी अमृत ही पीना है तो दसवें द्वार च अमृत है, सच्चा अमृत। अनहद शब्द दसम द्वार वाज्यो वज्यो तह अमृत नाम चुआया था। तोट नहीं मन तृष्णा बूझी अखुट भंडार समाया था। हुण महाराज कहते सानू किसी चीज़ की तोट नहीं है, जद कि रब मिल गया, अमृत मिल गया, जिथे अमृत है उत्थों मिल गया, सच्चा सुच्चा अमृत मिल गया, सच्चा सुच्चा शब्द मिल गया, सच्चा सुच्चा नाम मिल गया, सच्चा सुच्चा रब मिल गया, पूरा रब मिल गया। फिर तोट कादी, घाटा कादा। तोट नहीं मन तृष्णा बुझी, मेरे मन की तृष्णा बुझ गई, हुण मैनूं किसी चीज़ की तोट नहीं, घाटा नहीं है। अखुट भंडार समाया था, जिथों सारी दुनिया नूं रब दे रहा है, उत्थों असी दुनिया नूं दे रहे हैं, असी वंड रहे हैं, साडे कोले उह दुनिया का खजाना आ गया। फिर तोट कादी रही। भंडार समाया था। चरण 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 गुर सेवे अगड़ कड़ियो रस आया था। चरण चरण गुरु के चरणों नूं गुरु सेवे से मैं नहीं सेवा की ना, भजन सिमरन किया, बंदगी की, अगड़ कड़ियो रस आया था। जिहड़ा अकड़ था, जिस तरह हुण पत्थर की मूर्ति नूं मूर्तिकार घड़ घड़ के उहदी मूर्ति बना दिंदा है, ते उहदे अंदर फिर जान, जिस तरह जान पै जाती है, या कई इहियां मूर्तियां जिन्हें ऐ लगता भी हुणी बोलियां भी मैं भी अकड़ था, पत्थर था, लेकिन गुरु ने घड़िया, नाले मैनू घड़िया, नाले मेरे अंदर नाम का रस पाया। चरण चरण गुर सेवे, चरण 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 गुर सेवे, मैं गुरु के चरणों नूं सेविया, भगती की, यानी भगती की दब के। फिर की होया, अकड़त, मैं जिहड़ा अकड़त सी, जिहड़ा मूर्ख सी, पत्थर सी, उन्हें मैनू मूर्ति की तरह मतलब कि इंसान बना दिता, रब का भगत प्यारा बना दिता। इंसान बना के फिर मेरे अंदर अमृत का रस पाया था, रस पाता। हुण मैनू किसी चीज़ की कमी नहीं है, महाराज ने ऊपर भी कहता भी कोई कमी नहीं है, रस पाया था। सहजे आवां सहजे जावां, सहजे मन खिलाया था। हुण मैं अखां मीचदा, सहज दे नाल, आराम दे नाल दसवें द्वार के जरिए परमात्मा कोले चले जाना, और सहजे ही अखां खोलदा दसवें द्वार के जरिए मैं बाहर इस दुनिया के अंदर आ जाना, और मेरा मन रब कोल जाके भी खेलदा है और इस दुनिया के अंदर भी खेल रहा, मस्त होया। मैनू कह दुनिया जमदी जम्मे, मरदी मरे, जिहड़ा जो हो रहा होई जावे, जिवें एक कर तां मेरा रब ही रहा। मैनू दुनिया के नाल तां कोई मतलब नहीं। जे गुरु नानक देव ने दुनिया नूं सुधारना हुंदा, कबीर साहब ने सुधारना हुंदा, तां कि दुनिया हुण तक सुधर ना जांदी।
ਸਾਡੇ ਹਿਸਾਬ ਨਾਲ ਬਣ ਨਾ ਜਾਂਦੀ। ਏਡੇ ਏਡੇ ਮਹਾਤਮਾ ਆਏ ਹੈ, ਉਹਨਾਂ ਨੇ ਇੰਨਾ ਇੰਨਾ ਜ਼ੋਰ ਲਾਇਆ ਅਤੇ ਉਹਨਾਂ ਨੇ ਸਿਰਫ ਆਪਣੇ ਭਗਤਾਂ ਵਾਸਤੇ ਹੀ ਜ਼ੋਰ ਲਾਇਆ। ਜਿਹੜੇ ਜਿਹੜੇ ਨੂੰ ਰੱਬ ਨੇ ਕਿਹਾ ਸੀ ਵੀ ਬੁਲਾ ਕੇ ਲਿਆਓ ਭਾਈ, ਉਹਨਾਂ ਨੂੰ ਉਹਨਾਂ ਨੇ ਸ਼ਬਦ ਦਾ, ਦਸਵੇਂ ਦੁਆਰ ਦਾ, ਨਾਮ ਦਾ, ਦਾਨ ਦਾ, ਇਹ ਉਹ ਸਾਰਾ ਕੁਛ ਦੱਸ ਕੇ ਉਹਨਾਂ ਨੇ ਮਿਲਾਤਾ ਰੱਬ ਨਾਲ। ਉਹਨੇ ਮਹਾਰਾਜ ਨੇ, ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸਿੱਖਾਂ ਸੇਵਕਾਂ ਵਾਸਤੇ ਜਿਸ ਤਰ੍ਹਾਂ ਉਹਨਾਂ ਨੇ ਕਰਿਆ, ਉਹ ਸਾਰਾ ਕੁਝ ਦੱਸ ਰਹੇ ਹਨ ਮਹਾਰਾਜ। ਸਹਿਜੇ ਆਵਾਂ ਸਹਿਜੇ ਜਾਵਾਂ, ਸਹਿਜੇ ਮਨ ਖਿਲਾਇਆ ਥਾ। ਮੈਂ ਸਹਿਜੇ ਹੀ, ਹੁਣ ਮੇਰਾ ਕੰਮ ਸਾਰਾ ਜਿਹੜਾ ਵੀ ਹੈ ਸਹਿਜ ਨਾਲ ਹੀ ਹੋ ਰਿਹਾ। ਮੈਂ ਜਦੋਂ ਜੀ ਚਾਹੁੰਦਾ ਸਹਿਜ ਦੇ ਨਾਲ ਰੱਬ ਕੋਲ ਚਲੇ ਜਾਂਦਾ, ਜਦੋਂ ਜੀ ਚਾਹੁੰਦਾ ਮੈਂ ਸਹਿਜ ਨਾਲ ਇੱਥੇ ਦੁਨੀਆ 'ਚ ਆ ਕੇ ਆਪਣੇ ਮਨ ਨੂੰ ਖਿਲਾ ਰਿਹਾ ਹਾਂ। ਕਹੋ ਨਾਨਕ ਪਰਮ ਗੁਰ ਖੋਇਆ, ਤਾਂ ਹਰ ਮਹਿਲ ਹੀ ਮਹਿਲ ਪਾਇਆ ਥਾ। ਕਹੋ ਨਾਨਕ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਹਨ, ਪਰਮ ਗੁਰ ਖੋਇਆ, ਗੁਰੂ ਨੇ ਮੇਰਾ ਭਰਮ ਖੋਤਾ, ਗੁਰ ਖੋਇਆ ਤਾਂ ਹਰ ਮਹਿਲ ਹੀ ਮਹਿਲ ਪਾਇਆ ਥਾ। ਤਾਂ ਮੈਂ ਰੱਬ ਦਾ ਮਹਿਲ, ਪ੍ਰਭੂ ਪਰਮਾਤਮਾ ਦਾ ਮਹਿਲ ਪਾਇਆ। ਸੋ ਕਰ ਕਿਹਾ, ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। 27ਵੀਂ ਪੌੜੀ ਤੇ ਰਹਿਰਾਸ ਸਾਹਿਬ। ਅਤੇ ਉਹ ਜਿਹੜਾ ਘਰ ਹੈ, ਉਹ ਦਰ ਹੈ, ਉਹਦੇ ਅੱਗੇ ਹੁਣ ਮਹਿਲ ਆ ਗਿਆ। ਘਰ ਦਰ ਦੇ ਅੱਗੇ ਮਹਿਲ ਆਉਂਦਾ, ਗੇਟ ਤੋਂ ਅੰਦਰ ਆਪਾਂ ਵੜ ਜਾਈਏ ਤਾਂ ਹੀ ਕੁੱਟੀ ਦੇ ਅੰਦਰ ਜਾਵਾਂਗੇ। ਹੁਣ ਮਹਾਰਾਜ ਮਹਿਲ ਦੇ ਅੰਦਰ ਆ ਗਏ। ਜਪਜੀ ਸਾਹਿਬ ਤੋਂ ਤੁਰ ਕੇ, ਰਹਿਰਾਸ ਤੋਂ ਤੁਰ ਕੇ ਮਹਿਲ ਦੇ ਅੰਦਰ ਆ ਗਏ। ਮਹਿਲ ਪਾਇਆ ਥਾ, ਹੁਣ ਮਹਾਰਾਜ ਨੇ ਮਹਿਲ ਪਾ ਲਿਆ। ਕਹੋ ਨਾਨਕ ਪਰਮ ਗੁਰ ਖੋਇਆ, ਮੇਰਾ ਭਰਮ ਖੋਤਾ ਗੁਰੂ ਨੇ। ਤਾਂ ਹਰ ਕਾ ਮਹਿਲ ਮਹਿਲੀ ਮਹਿਲ ਪਾਇਆ ਥਾ। ਹੁਣ ਮੈਂ ਮਹਿਲ ਰੱਬ ਦਾ, ਪ੍ਰਭੂ ਪਰਮਾਤਮਾ ਦਾ ਪਾ ਲਿਆ। ਬੜੇ ਬੜੇ ਮਹਿਲ ਉੱਥੇ, ਹੁਣ ਬਹੁਤ ਕੁਛ ਲਿਖਿਆ ਵਾ ਬਾਣੀ ਦੇ ਅੰਦਰ। ਮਾਰੂ ਮਹੱਲਾ ਪੰਜਵਾਂ। ਜਿਸ ਹੈ ਸਾਜ ਨਿਵਾਜਿਆ, ਤਿਸੀ ਸਿਉ ਰੁਚ ਨਾਹੇ। ਜਿਹੜੇ ਪ੍ਰਭੂ ਪਰਮਾਤਮਾ ਨੇ ਤੈਨੂੰ ਸਾਜਿਆ, ਨਿਵਾਜਿਆ, ਬਣਾਇਆ ਹੈ, ਉਹਦੇ ਨਾਲ ਤਾਂ ਤੇਰੀ ਰੁਚੀ ਨਹੀਂ ਹੈਗੀ। ਆਨ ਰੁਤੀ ਅਨ ਬੋਈਐ, ਫੁੱਲ ਨਾ ਫਲੈ ਤਾਹੇ। ਅਨਰੁੱਤੀ, ਬੇਮੌਸਮਾ ਬੀਜ ਜੇ ਬੀਜੀਏ, ਉਹਦਾ ਨਾ ਤਾਂ ਫੁੱਲ ਆਉਂਦਾ ਹੈ, ਨਾ ਫਲ ਆਉਂਦਾ ਹੈ, ਨਾ ਉਹ ਫੁੱਲਦਾ। ਰੇ ਮਨ ਵਰਤ ਵਤਰ, ਰੇ ਮਨ ਵਤਰ ਬੀਜਨ ਨਾਓ। ਇਹ ਜੋ ਇਸ ਟਾਈਮ ਤੇਰਾ ਜਿਹੜਾ ਜਨਮ ਹੈ, ਕਲਯੁਗ ਜੋ ਹੈ, ਔਰ ਤੇਰਾ ਜਿਹੜਾ ਸਰੀਰ ਹੈ, ਸਰੀਰ ਦੇ ਅੰਦਰ ਜੇ ਤਾਂ ਕੁਛ ਭਗਤੀ ਕਰਨੀ ਹੈ, ਭਗਤੀ ਦਾ ਨਾਮ ਬੀਜਣਾ ਹੈ, ਤਾਂ ਉਹ ਨਾਮ ਦਾ ਬੀਜਣ ਦਾ ਟਾਈਮ ਹੈ, ਵੱਤਰ ਹੈ। ਜਿਸ ਤਰ੍ਹਾਂ ਜ਼ਿਮੀਂਦਾਰ ਲੋਕ ਖੇਤ ਨੂੰ ਪਾਣੀ ਦਿੰਦੇ ਆ, ਪਾਣੀ ਦੇ ਕੇ 2 ਦਿਨ 4 ਦਿਨ 1 ਦਿਨ ਦੇਖ ਕੇ ਉਹ ਵੱਤਰ ਆ ਜਾਂਦੀ ਹੈ, ਫਿਰ ਹਲ ਵਾਹੁੰਦੇ ਆ, ਫਿਰ ਸੁਹਾਗਾ ਦਿੰਦੇ ਆ, ਫਿਰ ਉਹ ਜ਼ਮੀਨ ਵੱਤਰ ਆ ਜਾਂਦੀ ਹੈ। ਜਦ ਵੱਤਰ ਆ ਜਾਂਦੀ ਹੈ, ਫਿਰ ਉਹਦੇ 'ਚ ਆਪਣਾ ਜਿਹੜੀ ਫਸਲ ਬੀਜਣੀ ਹੁੰਦੀ ਹੈ ਉਹਨਾਂ ਨੇ, ਉਹ ਬੀਜ ਦਿੰਦੇ ਆ। ਇਸੇ ਤਰ੍ਹਾਂ ਹੀ ਹੁਣ ਮਹਾਰਾਜ ਨੇ ਸਾਡਾ ਸਰੀਰ ਬਿਲਕੁਲ ਕਲਯੁਗ ਦੇ ਅੰਦਰ ਟਾਈਮ ਵੀ ਲਿਆ ਤਾ, ਵੱਤਰ ਵੀ ਲਿਆ ਤਾ, ਅਤੇ ਨਾਮ ਦਾ ਸਾਨੂੰ ਐਡਾ ਵੱਡਾ ਗ੍ਰੰਥ ਸਾਹਿਬ ਵੀ ਦੇ ਤਾ ਵੀ ਪੜ੍ਹੋ, ਸੁਣੋ, ਸਮਝੋ, ਅਤੇ ਇਸ ਰੁੱਤ ਤੋਂ ਫਾਇਦਾ ਉਠਾਓ, ਆਪਣੇ ਸਰੀਰ ਤੋਂ ਫਾਇਦਾ ਉਠਾਓ। ਰੇ ਮਨ ਵੱਤਰ ਬੀਜਣ ਨਾਓ। ਵੱਤਰ, ਹੁਣ ਤੁਹਾਡਾ ਸਰੀਰ ਵੱਤਰ ਹੈ, ਵੱਤ ਹੈ, ਇਹਦੇ ਅੰਦਰ ਬੀਜਣਾ ਹੈ ਤਾਂ ਨੌ ਬੀਜੋ, ਸ਼ਬਦ ਬੀਜੋ, ਨੌ ਬੀਜੋ, ਪ੍ਰਭੂ ਪਰਮਾਤਮਾ ਦਾ ਨੌ ਬੀਜੋ। ਬੋਏ ਖੇਤੀ ਲਾਏ ਮਨੂਆ, ਪੁੱਲੋ ਸਮੋ ਸੁਆਓ। ਬੋਏ ਖੇਤੀ ਲਾਏ ਮਨੂਆ, ਪੁੱਲੋ ਸਮੋ ਸੁਆਓ। ਹੁਣ ਸਮੇਂ ਸਮਾਓ ਨੂੰ, ਸਭ ਕੁਛ ਨੂੰ ਭੁੱਲ ਜਾਓ, ਆਪਣੇ ਸਿੱਧੇ ਹੋ ਕੇ ਖੇਤੀ ਨੂੰ ਬੀਜੋ। ਰੱਬ, ਇਹ ਜਿਹੜਾ ਸਰੀਰ ਹੈ, ਇਹ ਸਰੀਰ ਦੇ ਅੰਦਰ ਨਾਮ ਦੀ ਖੇਤੀ ਨੂੰ ਬੀਜੋ। ਮਨੇ ਨੂੰ, ਮਨੂਆ ਨੂੰ, ਮਨ ਨੂੰ ਭਲੇ ਕੰਮਾਂ ਵਾਸਤੇ ਲਾਓ। ਇਹ ਸਮਾਂ ਹੈ, ਸਮੇਂ ਦਾ ਫਾਇਦਾ ਉਠਾਓ। ਸਤਿਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।